ਤਾਂ ਇੱਕ ਡਿਲੀਵਰੀ ਦੀ ਤਾਰੀਖ ਦਾ ਅੰਦਾਜ਼ਾ ਲਗਾਉਣ ਤੋਂ ਲੈ ਕੇ ਐਮਰਜੈਂਸੀ ਵਿੱਚ ਚੁੱਕੇ ਜਾਣ ਵਾਲੇ ਕਦਮਾਂ ਤੱਕ ਗਰਭ ਅਵਸਥਾ ਦੇਖਿਆ ਜਾਵੇ ਤਾਂ ਇੱਕ ਬਹੁਤ ਹੀ ਸੋਚਿਆ ਸਮਝਿਆ ਯੋਜਨਾਬੱਧ ਸਫ਼ਰ ਹੈ। ਅੱਜ ਅਸੀਂ ਇਸੇ ਸਫ਼ਰ ਦੇ ਪਿੱਛੇ ਦੀ ਸਾਇੰਸ ਅਤੇ ਇਸ ਦੀਆਂ ਪ੍ਰਕਿਰਿਆਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹ ਸਾਰੀ ਜਾਣਕਾਰੀ ਇੱਕ ਸਟੈਂਡਰਡ ਮੈਡੀਕਲ ਰਿਵਿਊ ਤੇ ਆਧਾਰਿਤ ਹੈ। ਅੱਛਾ, ਤਾਂ ਦੇਖਦੇ ਹਾਂ ਕਿ ਸਾਡਾ ਸਫ਼ਰ ਕਿਵੇਂ ਅੱਗੇ ਵਧੇਗਾ। ਸਭ ਤੋਂ ਪਹਿਲਾਂ ਗੱਲ ਕਰਾਂਗੇ ਗਰਭ ਅਵਸਥਾ ਦੀ ਪਹਿਲੀ ਤਿਮਾਹੀ ਬਾਰੇ। ਫਿਰ ਦੇਖਾਂਗੇ ਕਿ ਸਕਰੀਨਿੰਗ ਤੇ ਸਿਹਤਮੰਦ ਰਹਿਣ ਲਈ ਕੀ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਆਮ ਪੇਚੀਦਗੀਆਂ ਨੂੰ ਸਮਝਾਂਗੇ, ਫਿਰ ਲੇਬਰ ਅਤੇ ਡਿਲੀਵਰੀ ਦੀ ਪ੍ਰਕਿਰਿਆ ਨੂੰ, ਅਤੇ ਅਖੀਰ ਵਿੱਚ ਜਨਮ ਤੋਂ ਬਾਅਦ ਦੀ ਗਾਇਨੀਕੋਲੋਜੀਕਲ ਸਿਹਤ ਤੇ ਵੀ ਇੱਕ ਨਜ਼ਰ ਮਾਰਾਂਗੇ। ਤਾਂ ਚਲੋ ਸ਼ੁਰੂ ਕਰਦੇ ਹਾਂ। ਤਾਂ ਸ਼ੁਰੂਆਤ ਕਰਦੇ ਹਾਂ ਬਿਲਕੁਲ ਸ਼ੁਰੂ ਤੋਂ, ਗਰਭ ਅਵਸਥਾ ਦੀ ਪਹਿਲੀ ਤਿਮਾਹੀ। ਇੱਥੋਂ ਹੀ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ। ਇਹੋ ਸਮਾਂ ਹੈ ਜਦੋਂ ਪੂਰੇ ਸਫ਼ਰ ਦੀ ਨੀਂਹ ਰੱਖੀ ਜਾਂਦੀ ਹੈ ਅਤੇ ਪਹਿਲੇ ਸਭ ਤੋਂ ਜ਼ਰੂਰੀ ਮੈਡੀਕਲ ਕਦਮ ਚੁੱਕੇ ਜਾਂਦੇ ਨੇ। ਅੱਛਾ, ਤਾਂ ਜਦੋਂ ਗਰਭ ਅਵਸਥਾ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਕੀ ਹੁੰਦਾ ਹੈ? ਖਬਰ ਤਾਂ ਬਹੁਤ ਵਧੀਆ ਹੈ, ਪਰ ਇਸ ਤੋਂ ਬਾਅਦ ਮੈਡੀਕਲ ਤੌਰ ਤੇ ਪਹਿਲਾ ਕਦਮ ਕੀ ਹੁੰਦਾ ਹੈ? ਇਹ ਸਿਰਫ ਵਧਾਈਆਂ ਦੇਣ ਤੱਕ ਸੀਮਿਤ ਨਹੀਂ, ਸਗੋਂ ਇੱਕ ਬਹੁਤ ਹੀ ਜ਼ਰੂਰੀ ਜਾਣਕਾਰੀ ਹਾਸਲ ਕਰਨੀ ਹੁੰਦੀ ਹੈ ਜੋ ਅਗਲੇ 9 ਮਹੀਨੇ ਦਾ ਪੂਰਾ ਰੋਡਮੈਪ ਤਿਆਰ ਕਰਦੀ ਹੈ। ਤਾਂ ਫਿਰ ਉਸ ਖਾਸ ਤਾਰੀਖ ਦਾ ਅੰਦਾਜ਼ਾ ਲਗਾਇਆ ਕਿਵੇਂ ਜਾਂਦਾ ਹੈ? ਇਸ ਲਈ ਇੱਕ ਬਹੁਤ ਹੀ ਸਧਾਰਨ ਪਰ ਕਾਰਗਰ ਫਾਰਮੂਲਾ ਵਰਤਿਆ ਜਾਂਦਾ ਹੈ, ਜਿਸ ਨੂੰ ਕਹਿੰਦੇ ਨੇ ਨੇਗਲ ਦਾ ਨਿਯਮ। ਕਰਨਾ ਕੀ ਹੁੰਦਾ ਹੈ? ਆਖਰੀ ਮਾਹਵਾਰੀ ਦਾ ਪਹਿਲਾ ਦਿਨ, ਉਸ ਵਿੱਚ 7 ਦਿਨ ਜੋੜੋ ਅਤੇ ਫਿਰ 3 ਮਹੀਨੇ ਪਿੱਛੇ ਚਲੇ ਜਾਓ। ਇਸ ਨੂੰ ਪੂਰੇ ਸਫ਼ਰ ਦਾ ਪਹਿਲਾ ਮੀਲ ਪੱਥਰ ਸਮਝੋ। ਇਹ ਸਿਰਫ ਇੱਕ ਤਾਰੀਖ ਨਹੀਂ ਹੈ, ਇਹ ਉਹ ਬਿੰਦੂ ਹੈ ਜਿਸ ਦੇ ਆਲੇ-ਦੁਆਲੇ ਸਾਰੇ ਟੈਸਟਾਂ, ਸਕੈਨ ਅਤੇ ਮੁਲਾਕਾਤਾਂ ਦੀ ਪੂਰੀ ਪਲੈਨਿੰਗ ਹੁੰਦੀ ਹੈ। ਠੀਕ ਹੈ, ਡਿਲੀਵਰੀ ਦੀ ਤਾਰੀਖ ਦਾ ਅੰਦਾਜ਼ਾ ਲੱਗ ਗਿਆ। ਹੁਣ ਇਸ ਤੋਂ ਪਹਿਲਾਂ ਕਿ ਸਫ਼ਰ ਸਹੀ ਢੰਗ ਨਾਲ ਸ਼ੁਰੂ ਹੋਵੇ, ਇੱਕ ਬੇਸਲਾਈਨ ਬਣਾਉਣੀ ਪੈਂਦੀ ਹੈ। ਇਸ ਨੂੰ ਇੱਕ ਤਰ੍ਹਾਂ ਦਾ ਹੈਲਥ ਸਨੈਪਸ਼ਾਟ ਸਮਝੋ। ਇਸ ਵਿੱਚ ਕਈ ਟੈਸਟ ਹੁੰਦੇ ਨੇ, ਜਿਵੇਂ ਕਿ ਕੰਪਲੀਟ ਬਲੱਡ ਕਾਊਂਟ, CBC, ਬਲੱਡ ਟਾਈਪ ਤੇ ਐਂਟੀਬਾਡੀ ਸਕਰੀਨ। ਰੁਬੈਲਾ ਵਰਗੀਆਂ ਬਿਮਾਰੀਆਂ ਲਈ ਇਮਿਊਨਿਟੀ ਚੈੱਕ ਕੀਤੀ ਜਾਂਦੀ ਹੈ ਅਤੇ ਕੁਝ ਇਨਫੈਕਸ਼ਨਾਂ ਜਿਵੇਂ HIV, ਸਿਫਿਲਿਸ, ਹੈਪੇਟਾਈਟਿਸ B ਅਤੇ ਕਲੇਮੀਡੀਆ ਲਈ ਵੀ ਸਕਰੀਨਿੰਗ ਹੁੰਦੀ ਹੈ। ਨਾਲ ਹੀ ਇੱਕ ਯੂਰਿਨ ਕਲਚਰ ਵੀ। ਮਕਸਦ ਸਿਰਫ ਇੰਨਾ ਹੈ ਕਿ ਸ਼ੁਰੂਆਤ ਵਿੱਚ ਹੀ ਸਿਹਤ ਦੀ ਪੂਰੀ ਤਸਵੀਰ ਸਾਫ਼ ਹੋ ਜਾਵੇ ਤਾਂ ਜੋ ਕਿਸੇ ਵੀ ਸੰਭਾਵੀ ਮੁਸ਼ਕਿਲ ਨੂੰ ਸਮੇਂ ਸਿਰ ਫੜਿਆ ਜਾ ਸਕੇ। ਚਲੋ, ਸ਼ੁਰੂਆਤੀ ਤਸਵੀਰ ਹੁਣ ਸਾਡੇ ਸਾਹਮਣੇ ਹੈ। ਇਸ ਤੋਂ ਬਾਅਦ ਗਰਭ ਅਵਸਥਾ ਨਿਗਰਾਨੀ ਦੇ ਦੌਰ ਵਿੱਚ ਦਾਖਲ ਹੁੰਦੀ ਹੈ, ਯਾਨੀ ਸਕਰੀਨਿੰਗ ਅਤੇ ਸਿਹਤਮੰਦ ਰਹਿਣ ਦਾ ਪੜਾਅ। ਇਸ ਨੂੰ ਇੱਕ ਅਜਿਹੇ ਨਕਸ਼ੇ ਵਾਂਗ ਸਮਝੋ ਜਿਸ ਤੇ ਖਾਸ ਮੀਲ ਪੱਥਰ ਬਣੇ ਹੋਏ ਨੇ, ਇਹ ਪੱਕਾ ਕਰਨ ਲਈ ਕਿ ਸਭ ਕੁਝ ਸਹੀ ਦਿਸ਼ਾ ਵਿੱਚ ਜਾ ਰਿਹਾ ਹੈ। ਇਹ ਟਾਈਮਲਾਈਨ ਅਸਲ ਵਿੱਚ ਗਰਭ ਅਵਸਥਾ ਦੇ ਮੈਡੀਕਲ ਪ੍ਰਬੰਧਨ ਦੀ ਪੂਰੀ ਕਹਾਣੀ ਦੱਸਦੀ ਹੈ। ਦੇਖੋ, 10 ਹਫ਼ਤਿਆਂ ਤੋਂ ਬਾਅਦ ਜੈਨੇਟਿਕ ਸਥਿਤੀਆਂ ਲਈ cfDNA ਬਲੱਡ ਟੈਸਟ ਹੁੰਦਾ ਹੈ। ਫਿਰ 18 ਤੋਂ 20 ਹਫ਼ਤਿਆਂ ਦੇ ਵਿੱਚ ਆਉਂਦਾ ਹੈ ਵਿਸਤ੍ਰਿਤ ਐਨਾਟੋਮੀ ਅਲਟਰਾਸਾਊਂਡ, ਜਿੱਥੇ ਬੱਚੇ ਦੇ ਸਿਰ ਤੋਂ ਪੈਰਾਂ ਤੱਕ ਹਰ ਚੀਜ਼ ਦੀ ਜਾਂਚ ਹੁੰਦੀ ਹੈ। ਅੱਗੇ 24 ਤੋਂ 28 ਹਫ਼ਤਿਆਂ ਵਿੱਚ ਗਰਭਕਾਲੀ ਸ਼ੂਗਰ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਅਖੀਰ ਵਿੱਚ 36-37 ਹਫ਼ਤਿਆਂ ਦੇ ਆਸ-ਪਾਸ GBS ਯਾਨੀ ਗਰੁੱਪ B ਸਟ੍ਰੈਪ ਲਈ ਕਲਚਰ ਕੀਤਾ ਜਾਂਦਾ ਹੈ। ਹਰ ਜਾਂਚ ਦਾ ਇੱਕ ਖਾਸ ਸਮਾਂ ਹੈ ਤਾਂ ਜੋ ਸਭ ਤੋਂ ਕਮ ਦੀ ਜਾਣਕਾਰੀ ਮਿਲ ਸਕੇ। ਅੱਛਾ, ਇੱਥੇ ਇੱਕ ਗੱਲ ਸਮਝਣੀ ਬਹੁਤ ਜ਼ਰੂਰੀ ਹੈ। ਸਕਰੀਨਿੰਗ ਟੈਸਟ ਅਤੇ ਡਾਇਗਨੋਸਟਿਕ ਟੈਸਟ ਵਿੱਚ ਫਰਕ। ਇੱਕ ਸਕਰੀਨਿੰਗ ਟੈਸਟ ਸਿਰਫ ਕਿਸੇ ਸਥਿਤੀ ਦੇ ਜੋਖਮ ਬਾਰੇ ਦੱਸਦਾ ਹੈ। ਮਤਲਬ ਇਹ ਇੱਕ ਧੂਏ ਵਾਲੇ ਅਲਾਰਮ ਵਾਂਗ ਹੈ ਜੋ ਸਿਰਫ ਇਹ ਦੱਸਦਾ ਹੈ ਕਿ ਸ਼ਾਇਦ ਕੋਈ ਸਮੱਸਿਆ ਹੈ। ਪਰ ਇੱਕ ਡਾਇਗਨੋਸਟਿਕ ਟੈਸਟ ਇੱਕ ਪੱਕਾ ਹਾਂ ਜਾਂ ਨਾ ਵਿੱਚ ਜਵਾਬ ਦਿੰਦਾ ਹੈ। ਜਿਵੇਂ ਫਾਇਰ ਬ੍ਰਿਗੇਡ ਆ ਕੇ ਪੱਕਾ ਕਰਦੀ ਹੈ ਕਿ ਅੱਗ ਹੈ ਜਾਂ ਨਹੀਂ। ਸੋ ਇੱਕ ਸਿਰਫ ਸੰਭਾਵਨਾ ਦੱਸਦਾ ਹੈ, ਦੂਸਰਾ ਪੱਕਾ ਜਵਾਬ। ਕਈ ਵਾਰ ਮੈਡੀਕਲ ਸਾਇੰਸ ਵਿੱਚ ਛੋਟੇ-ਛੋਟੇ ਕਦਮ ਬਹੁਤ ਵੱਡੇ ਨਤੀਜੇ ਦਿੰਦੇ ਨੇ। ਰੋਗੈਮ ਇਸ ਦੀ ਇੱਕ ਵਧੀਆ ਉਦਾਹਰਣ ਹੈ। ਇਹ ਟੀਕਾ RH ਨੈਗੇਟਿਵ ਮਾਵਾਂ ਨੂੰ ਦਿੱਤਾ ਜਾਂਦਾ ਹੈ। ਹੁੰਦਾ ਕੀ ਹੈ ਕਿ ਜੇ ਮਾਂ RH ਨੈਗੇਟਿਵ ਹੋਵੇ ਅਤੇ ਬੱਚਾ RH ਪੋਜ਼ਿਟਿਵ, ਤਾਂ ਮਾਂ ਦਾ ਸਰੀਰ ਕੁਝ ਐਂਟੀਬਾਡੀਜ਼ ਬਣਾ ਸਕਦਾ ਹੈ ਜੋ ਅਗਲੀਆਂ ਗਰਭ ਅਵਸਥਾਵਾਂ ਲਈ ਖਤਰਾ ਬਣ ਸਕਦੀਆਂ ਨੇ। ਇਹ ਇੱਕ ਸਧਾਰਨ ਟੀਕਾ ਰੋਗੈਮ ਇਸੇ ਪ੍ਰਤੀਕਿਰਿਆ ਨੂੰ ਰੋਕ ਦਿੰਦਾ ਹੈ। ਇਹ ਨਾ ਸਿਰਫ ਇਸ ਬੱਚੇ ਦੀ ਰੱਖਿਆ ਕਰਦਾ ਹੈ, ਬਲਕਿ ਆਉਣ ਵਾਲੀਆਂ ਸਾਰੀਆਂ ਗਰਭ ਅਵਸਥਾਵਾਂ ਨੂੰ ਵੀ ਸੁਰੱਖਿਅਤ ਰੱਖਦਾ ਹੈ। ਭਾਵੇਂ ਜ਼ਿਆਦਾਤਰ ਗਰਭ ਅਵਸਥਾਵਾਂ ਬਿਨਾਂ ਕਿਸੇ ਮੁਸ਼ਕਿਲ ਦੇ ਪੂਰੀਆਂ ਹੋ ਜਾਂਦੀਆਂ ਨੇ, ਪਰ ਮੈਡੀਕਲ ਟੀਮਾਂ ਹਮੇਸ਼ਾ ਰਸਤੇ ਵਿੱਚ ਆਉਣ ਵਾਲੀਆਂ ਸੰਭਾਵੀ ਰੁਕਾਵਟਾਂ ਲਈ ਤਿਆਰ ਰਹਿੰਦੀਆਂ ਨੇ। ਤਾਂ ਹੁਣ ਅਸੀਂ ਕੁਝ ਆਮ ਪੇਚੀਦਗੀਆਂ ਬਾਰੇ ਗੱਲ ਕਰਾਂਗੇ। ਇੱਥੇ ਮਕਸਦ ਡਰਾਉਣਾ ਬਿਲਕੁਲ ਨਹੀਂ, ਸਗੋਂ ਇਹ ਦਿਖਾਉਣਾ ਹੈ ਕਿ ਕਿਵੇਂ ਸਹੀ ਨਿਗਰਾਨੀ ਅਤੇ ਸਮੇਂ ਸਿਰ ਚੁੱਕੇ ਕਦਮ ਵੱਡੀਆਂ ਸਮੱਸਿਆਵਾਂ ਨੂੰ ਟਾਲ ਸਕਦੇ ਨੇ। ਸ਼ੁਰੂ ਕਰਦੇ ਹਾਂ ਹਾਈ ਬਲੱਡ ਪ੍ਰੈਸ਼ਰ ਤੋਂ। ਗਰਭ ਅਵਸਥਾ ਦੌਰਾਨ, ਖਾਸ ਕਰਕੇ 20 ਹਫ਼ਤਿਆਂ ਤੋਂ ਬਾਅਦ, ਜੇਕਰ ਬਲੱਡ ਪ੍ਰੈਸ਼ਰ 140/90 ਜਾਂ ਵੱਧ ਵਧਣਾ ਸ਼ੁਰੂ ਹੋ ਜਾਵੇ, ਪਰ ਨਾਲ ਕੋਈ ਹੋਰ ਚੇਤਾਵਨੀ ਦੇ ਸੰਕੇਤ ਨਾ ਹੋਣ, ਤਾਂ ਇਸ ਨੂੰ ਗਰਭਕਾਲੀ ਹਾਈਪਰਟੈਂਸ਼ਨ ਕਿਹਾ ਜਾਂਦਾ ਹੈ। ਇਸ ਨੂੰ ਇੱਕ ਸ਼ੁਰੂਆਤੀ ਚੇਤਾਵਨੀ ਸਮਝੋ।
ਇਸ ਦਾ ਮਤਲਬ ਹੈ ਕਿ ਹੁਣ ਡਾਕਟਰਾਂ ਨੂੰ ਹਰ ਚੀਜ਼ ਤੇ ਬਹੁਤ ਬਾਰੀਕੀ ਨਾਲ ਨਜ਼ਰ ਰੱਖਣੀ ਪਵੇਗੀ। ਪਰ ਜੇ ਇਹ ਸਿਰਫ ਹਾਈ ਬਲੱਡ ਪ੍ਰੈਸ਼ਰ ਤੋਂ ਵੱਧ ਕੇ ਕੁਝ ਹੋਰ ਬਣ ਜਾਵੇ ਤਾਂ ਅਸੀਂ ਗੱਲ ਕਰਦੇ ਹਾਂ ਪ੍ਰੀ ਐਕਲੈਂਪਸੀਆ ਦੀ। ਇਹ ਉਦੋਂ ਹੁੰਦਾ ਹੈ ਜਦੋਂ ਗਰਭਕਾਲੀ ਹਾਈਪਰਟੈਂਸ਼ਨ ਦੇ ਨਾਲ-ਨਾਲ ਸਰੀਰ ਦੇ ਦੂਜੇ ਅੰਗਾਂ ਦੇ ਤਣਾਅ ਦੇ ਸੰਕੇਤ ਵੀ ਮਿਲਣ ਲੱਗ ਪੈਣ, ਜਿਵੇਂ ਕਿ ਪਿਸ਼ਾਬ ਵਿੱਚ ਪ੍ਰੋਟੀਨ ਆਉਣਾ, ਬਲੱਡ ਪ੍ਰੈਸ਼ਰ ਦਾ ਬਹੁਤ ਜ਼ਿਆਦਾ ਹੋ ਜਾਣਾ ਜਾਂ ਨਜ਼ਰ ਵਿੱਚ ਬਦਲਾਅ ਆਉਣਾ। ਯਾਨੀ ਇਹ ਇੱਕ ਵਧੇਰੇ ਗੰਭੀਰ ਸਥਿਤੀ ਹੈ। ਮੈਡੀਸਨ ਵਿੱਚ ਕੁਝ ਨੰਬਰ ਇੱਕ ਲਾਲ ਲਕੀਰ ਦੀ ਤਰ੍ਹਾਂ ਹੁੰਦੇ ਨੇ ਜਿਨ੍ਹਾਂ ਨੂੰ ਪਾਰ ਨਹੀਂ ਕੀਤਾ ਜਾ ਸਕਦਾ। 160/110 mmHg ਜਾਂ ਇਸ ਤੋਂ ਵੱਧ ਦਾ ਬਲੱਡ ਪ੍ਰੈਸ਼ਰ ਇੱਕ ਅਜਿਹੀ ਹੀ ਲਕੀਰ ਹੈ। ਜਦੋਂ ਬਲੱਡ ਪ੍ਰੈਸ਼ਰ ਇਸ ਪੱਧਰ ਤੇ ਪਹੁੰਚ ਜਾਂਦਾ ਹੈ ਤਾਂ ਇਸ ਨੂੰ ਪ੍ਰੀ ਐਕਲੈਂਪਸੀਆ ਦਾ ਇੱਕ ਗੰਭੀਰ ਲੱਛਣ ਮੰਨਿਆ ਜਾਂਦਾ ਹੈ। ਹੁਣ ਇਹ ਸਿਰਫ ਨਿਗਰਾਨੀ ਦਾ ਸਮਾਂ ਨਹੀਂ, ਇਹ ਤੁਰੰਤ ਕਾਰਵਾਈ ਦਾ ਸੰਕੇਤ ਹੈ। ਮੈਡੀਕਲ ਟੀਮ ਦੌਰੇ ਰੋਕਣ ਲਈ ਦਵਾਈਆਂ ਦੇਣੀਆਂ ਸ਼ੁਰੂ ਕਰ ਦਿੰਦੀ ਹੈ ਅਤੇ ਡਿਲੀਵਰੀ ਦੀ ਤਿਆਰੀ ਕਰਨ ਲੱਗਦੀ ਹੈ। ਇੱਕ ਹੋਰ ਆਮ ਪੇਚੀਦਗੀ ਹੈ ਗਰਭਕਾਲੀ ਸ਼ੂਗਰ, ਅਤੇ ਇਸ ਦੀ ਜਾਂਚ ਲਈ ਇੱਕ 2 ਪੜਾਵੀ ਪ੍ਰਕਿਰਿਆ ਅਪਣਾਈ ਜਾਂਦੀ ਹੈ। ਪਹਿਲਾ ਕਦਮ ਹੈ 1 ਘੰਟੇ ਦੀ ਸਕਰੀਨਿੰਗ। ਇਸ ਵਿੱਚ 50 ਗ੍ਰਾਮ ਮਿੱਠਾ ਪਾਣੀ ਪੀਣ ਤੋਂ 1 ਘੰਟੇ ਬਾਅਦ ਖੂਨ ਦੀ ਜਾਂਚ ਹੁੰਦੀ ਹੈ। ਜੇ ਇਸ ਦਾ ਨਤੀਜਾ ਵੱਧ ਆਉਂਦਾ ਹੈ ਤਾਂ ਫਿਰ ਦੂਜੇ ਪੜਾਅ ਤੇ ਜਾਣਾ ਪੈਂਦਾ ਹੈ। ਦੂਜਾ ਪੜਾਅ ਹੈ 3 ਘੰਟੇ ਦਾ ਟੈਸਟ। ਇਸ ਵਿੱਚ 100 ਗ੍ਰਾਮ ਮਿੱਠਾ ਪਾਣੀ ਪੀਣ ਤੋਂ ਬਾਅਦ 1, 2 ਅਤੇ 3 ਘੰਟਿਆਂ ਤੇ ਖੂਨ ਦੀ ਜਾਂਚ ਹੁੰਦੀ ਹੈ। ਜੇ ਇਹਨਾਂ ਵਿੱਚੋਂ 2 ਜਾਂ ਵੱਧ ਰੀਡਿੰਗਾਂ ਉੱਚੀਆਂ ਆਉਣ ਤਾਂ ਗਰਭਕਾਲੀ ਸ਼ੂਗਰ ਦੀ ਪੁਸ਼ਟੀ ਹੋ ਜਾਂਦੀ ਹੈ। ਚਲੋ 9 ਮਹੀਨਿਆਂ ਦੀ ਤਿਆਰੀ ਤੇ ਨਿਗਰਾਨੀ ਤੋਂ ਬਾਅਦ ਆਖਿਰਕਾਰ ਇਹ ਸਫ਼ਰ ਆਪਣੇ ਸਿਖਰ ਤੇ ਪਹੁੰਚਦਾ ਹੈ। ਹੁਣ ਸਮਾਂ ਹੈ ਉਸ ਵੱਡੇ ਦਿਨ ਦਾ, ਲੇਬਰ ਅਤੇ ਡਿਲੀਵਰੀ। ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਦੇ ਆਪਣੇ ਬਿਲਕੁਲ ਸਪਸ਼ਟ ਪੜਾਅ ਅਤੇ ਨਿਯਮ ਹੁੰਦੇ ਨੇ। ਲੇਬਰ ਦੀ ਪੂਰੀ ਪ੍ਰਕਿਰਿਆ ਨੂੰ 3 ਪੜਾਵਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ ਪੜਾਅ ਹੈ ਡਾਇਲੇਸ਼ਨ, ਯਾਨੀ ਬੱਚੇਦਾਨੀ ਦੇ ਮੂੰਹ ਦਾ ਖੁੱਲਣਾ। ਇਹ ਸੰਕੁਚਨ ਸ਼ੁਰੂ ਹੋਣ ਤੋਂ ਲੈ ਕੇ ਬੱਚੇਦਾਨੀ ਦੇ ਮੂੰਹ ਦੇ 10 ਸੈਂਟੀਮੀਟਰ ਤੱਕ ਖੁੱਲਣ ਤੱਕ ਚੱਲਦਾ ਹੈ। ਜਦੋਂ ਇਹ 6 ਸੈਂਟੀਮੀਟਰ ਤੱਕ ਖੁੱਲ ਜਾਂਦਾ ਹੈ ਤਾਂ ਐਕਟਿਵ ਲੇਬਰ ਸ਼ੁਰੂ ਹੋ ਜਾਂਦਾ ਹੈ। ਦੂਜਾ ਪੜਾਅ ਹੈ ਪੁਸ਼ਿੰਗ, ਯਾਨੀ ਧੱਕਾ ਲਗਾਉਣਾ। ਇਹ ਪੂਰੀ ਤਰ੍ਹਾਂ ਡਾਇਲੇਟ ਹੋਣ ਤੋਂ ਲੈ ਕੇ ਬੱਚੇ ਦੇ ਜਨਮ ਤੱਕ ਦਾ ਸਮਾਂ ਹੈ। ਅਤੇ ਤੀਜਾ ਤੇ ਆਖਰੀ ਪੜਾਅ ਹੈ ਪਲੈਸੈਂਟਾ ਦੀ ਡਿਲੀਵਰੀ, ਜੋ ਬੱਚੇ ਦੇ ਜਨਮ ਤੋਂ ਬਾਅਦ ਹੁੰਦੀ ਹੈ। 3 ਬਿਲਕੁਲ ਸਪਸ਼ਟ ਪੜਾਅ। ਡਿਲੀਵਰੀ ਦੇ ਦੌਰਾਨ ਬੱਚੇ ਦੇ ਦਿਲ ਦੀ ਧੜਕਣ ਤੇ ਲਗਾਤਾਰ ਨਜ਼ਰ ਰੱਖੀ ਜਾਂਦੀ ਹੈ, ਕਿਉਂਕਿ ਇਹ ਬਹੁਤ ਕੁਝ ਦੱਸਦੀ ਹੈ। 2 ਪੈਟਰਨ ਬਹੁਤ ਮਹੱਤਵਪੂਰਨ ਹੁੰਦੇ ਨੇ, ਵੇਰੀਏਬਲ ਅਤੇ ਲੇਟ ਡੀਸੈਲਰੇਸ਼ਨਸ। ਵੇਰੀਏਬਲ ਡੀਸੈਲਰੇਸ਼ਨਸ ਵੀ ਆਕਾਰ ਦੀਆਂ ਤੇਜ਼ ਗਿਰਾਵਟਾਂ ਹੁੰਦੀਆਂ ਨੇ, ਜਿਨ੍ਹਾਂ ਦਾ ਕਾਰਨ ਆਮ ਤੌਰ ਤੇ ਨਾੜੂ ਦਾ ਦਬ ਜਾਣਾ ਹੁੰਦਾ ਹੈ। ਇਸ ਦਾ ਹੱਲ ਅਕਸਰ ਮਾਂ ਦੀ ਸਥਿਤੀ ਬਦਲਣਾ ਹੀ ਹੁੰਦਾ ਹੈ। ਪਰ ਲੇਟ ਡੀਸੈਲਰੇਸ਼ਨਸ ਵਧੇਰੇ ਚਿੰਤਾ ਦਾ ਵਿਸ਼ਾ ਹਨ। ਇਸ ਸੰਕੋਚਨ ਤੋਂ ਬਾਅਦ ਆਉਣ ਵਾਲੀਆਂ ਹੌਲੀ ਗਿਰਾਵਟਾਂ ਹੁੰਦੀਆਂ ਨੇ। ਇਹ ਇਸ ਗੱਲ ਦਾ ਸੰਕੇਤ ਹੋ ਸਕਦੀਆਂ ਨੇ ਕਿ ਪਲੈਸੈਂਟਾ ਤੋਂ ਆਕਸੀਜਨ ਸਪਲਾਈ ਵਿੱਚ ਕੋਈ ਸਮੱਸਿਆ ਹੈ। ਇਸ ਲਈ ਤੁਰੰਤ ਮੈਡੀਕਲ ਕਾਰਵਾਈ ਦੀ ਲੋੜ ਪੈਂਦੀ ਹੈ। ਕਦੇ-ਕਦੇ ਡਿਲੀਵਰੀ ਵਿੱਚ ਐਮਰਜੈਂਸੀ ਆ ਸਕਦੀ ਹੈ, ਜਿਵੇਂ ਕਿ ਸ਼ੋਲਡਰ ਡਾਇਸਟੋਸੀਆ, ਜਿਸ ਵਿੱਚ ਬੱਚੇ ਦਾ ਮੋਢਾ ਫਸ ਜਾਂਦਾ ਹੈ। ਪਰ ਇਸ ਦੇ ਲਈ ਇੱਕ ਪੂਰੀ ਤਰ੍ਹਾਂ ਤਿਆਰ ਯੋਜਨਾ ਹੁੰਦੀ ਹੈ। ਇਸ ਦੇ ਕਈ ਕਦਮ ਹੁੰਦੇ ਨੇ। ਪਹਿਲਾ, ਮਦਦ ਲਈ ਬੁਲਾਉਣਾ, ਯਾਨੀ ਹੋਰ ਸਟਾਫ ਨੂੰ ਬੁਲਾਉਣਾ। ਫਿਰ ਲੱਤਾਂ ਨੂੰ ਮੋੜਨਾ, ਜਿਸ ਨੂੰ ਮੈਕਰੋਬਰਟਸ ਮੈਨੂਵਰ ਕਹਿੰਦੇ ਨੇ। ਉਸ ਤੋਂ ਬਾਅਦ ਪੇਟ ਦੇ ਹੇਠਲੇ ਹਿੱਸੇ ਤੇ ਦਬਾਅ ਪਾਣਾ, ਔਰ ਜੇਕਰ ਇਹ ਵੀ ਕੰਮ ਨਾ ਕਰੇ ਤਾਂ ਅੰਦਰੂਨੀ ਮੈਨੂਵਰਸ ਯਾਨੀ ਐਂਟਰ ਕਰਕੇ ਮੋਢਿਆਂ ਨੂੰ ਘੁਮਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਘਬਰਾਹਟ ਨਹੀਂ, ਬਲਕਿ ਇੱਕ ਬਹੁਤ ਹੀ ਸੰਗਠਿਤ ਪ੍ਰਕਿਰਿਆ ਹੈ ਜਿੱਥੇ ਹਰ ਕੋਈ ਜਾਣਦਾ ਹੈ ਕਿ ਉਸਨੇ ਕੀ ਕਰਨਾ ਹੈ। ਬੱਚੇ ਦੇ ਜਨਮ ਤੋਂ ਬਾਅਦ ਇੱਕ ਵੱਡਾ ਖਤਰਾ ਹੁੰਦਾ ਹੈ ਬਹੁਤ ਜ਼ਿਆਦਾ ਖੂਨ ਵਗਣਾ, ਜਿਸ ਨੂੰ ਪੋਸਟਪਾਰਟਮ ਹੈਮਰੇਜ ਕਹਿੰਦੇ ਨੇ। ਇਸ ਦੇ ਕਾਰਨਾਂ ਨੂੰ ਸਮਝਣ ਲਈ 4 T's ਦਾ ਸਿਧਾਂਤ ਵਰਤਿਆ ਜਾਂਦਾ ਹੈ। ਪਰ ਜਿਵੇਂ ਕਿ ਇਹ ਚਾਰਟ ਦਿਖਾ ਰਿਹਾ ਹੈ, 70% ਮਾਮਲਿਆਂ ਵਿੱਚ ਇਸ ਦਾ ਸਭ ਤੋਂ ਵੱਡਾ ਕਾਰਨ ਸਿਰਫ ਇੱਕ T ਹੈ, ਟੋਨ, ਯਾਨੀ ਬੱਚੇਦਾਨੀ ਦਾ ਸਹੀ ਢੰਗ ਨਾਲ ਸੁੰਗੜਨਾ ਨਹੀਂ। ਬਾਕੀ ਕਾਰਨਾਂ ਵਿੱਚ ਟਰਾਮਾ ਯਾਨੀ ਸੱਟ 20%, ਟਿਸ਼ੂ ਯਾਨੀ ਪਲੈਸੈਂਟਾ ਦਾ ਕੋਈ ਹਿੱਸਾ ਰਹਿ ਜਾਣਾ 9% ਅਤੇ ਥ੍ਰੈਂਬਿਨ ਯਾਨੀ ਖੂਨ ਦੇ ਜੰਮਣ ਵਿੱਚ ਸਮੱਸਿਆ 1% ਸ਼ਾਮਿਲ ਨੇ। ਇਸੇ ਲਈ ਡਾਕਟਰਾਂ ਦਾ ਸਭ ਤੋਂ ਪਹਿਲਾ ਕੰਮ ਬੱਚੇਦਾਨੀ ਦੀ ਮਾਲਿਸ਼ ਕਰਨਾ ਹੁੰਦਾ ਹੈ ਤਾਂ ਜੋ ਉਸ ਦੀ ਟੋਨ ਵਾਪਸ ਆ ਸਕੇ। ਇੱਕ ਸਾਧਾਰਨ ਜਿਹਾ ਕਦਮ ਜੋ ਜਾਨ ਬਚਾ ਸਕਦਾ ਹੈ। ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ। ਜਨਮ ਇੱਕ ਅੰਤ ਨਹੀਂ, ਸਗੋਂ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਹੈ। ਤਾਂ ਚਲੋ ਹੁਣ ਜਨਮ ਤੋਂ ਅੱਗੇ ਵਧਦੇ ਹਾਂ ਅਤੇ ਗੱਲ ਕਰਦੇ ਹਾਂ ਗਾਇਨੀਕੋਲੋਜੀਕਲ ਸਿਹਤ ਦੀ, ਜੋ ਕਿ ਜ਼ਿੰਦਗੀ ਭਰ ਚੱਲਣ ਵਾਲੀ ਤੰਦਰੁਸਤੀ ਦਾ ਇੱਕ ਅਹਿਮ ਹਿੱਸਾ ਹੈ। ਜਦੋਂ ਗੱਲ ਗਰਭ ਨਿਰੋਧ ਦੀ ਆਉਂਦੀ ਹੈ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਹਰ ਕਿਸੇ ਲਈ ਇੱਕੋ ਹੱਲ ਨਹੀਂ ਹੁੰਦਾ। ਖਾਸ ਕਰਕੇ ਐਸਟ੍ਰੋਜਨ ਵਾਲੇ ਤਰੀਕਿਆਂ ਨਾਲ ਕੁਝ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਨੇ। ਜੇਕਰ ਕਿਸੇ ਨੂੰ ਖੂਨ ਦੇ ਥੱਕੇ ਜੰਮਣ ਦੀ ਹਿਸਟਰੀ ਹੋਵੇ ਜਾਂ ਔਰਾ ਵਾਲਾ ਮਾਈਗ੍ਰੇਨ ਹੋਵੇ ਤਾਂ ਇਹਨਾਂ ਤੋਂ ਬਚਣਾ ਚਾਹੀਦਾ ਹੈ। ਇਸੇ ਤਰ੍ਹਾਂ ਬੇਕਾਬੂ ਹਾਈ ਬਲੱਡ ਪ੍ਰੈਸ਼ਰ, 35 ਸਾਲ ਤੋਂ ਵੱਧ ਉਮਰ ਵਿੱਚ ਸਿਗਰਟ ਪੀਣਾ ਜਾਂ ਛਾਤੀ ਦਾ ਕੈਂਸਰ ਹੋਣ ਤੇ ਵੀ ਐਸਟ੍ਰੋਜਨ ਵਾਲੇ ਤਰੀਕੇ ਸੁਰੱਖਿਅਤ ਨਹੀਂ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਸਹੀ ਵਿਕਲਪ ਚੁਣਨ ਲਈ ਮੈਡੀਕਲ ਸਲਾਹ ਕਿੰਨੀ ਜ਼ਰੂਰੀ ਹੈ।
ਸਰਵਾਈਕਲ ਕੈਂਸਰ ਦੀ ਸਕਰੀਨਿੰਗ ਦੇ ਤਰੀਕੇ ਵੀ ਵਿਗਿਆਨ ਦੇ ਨਾਲ-ਨਾਲ ਬਦਲ ਗਏ ਨੇ। ਆਓ ਇਸ ਨੂੰ ਸੌਖੇ ਤਰੀਕੇ ਨਾਲ ਸਮਝਦੇ ਹਾਂ। 21 ਤੋਂ 29 ਸਾਲ ਦੀ ਉਮਰ ਤੱਕ ਹਰ 3 ਸਾਲ ਬਾਅਦ ਸਾਈਟੋਲੋਜੀ ਯਾਨੀ ਪੈਪ ਟੈਸਟ ਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਪਰ 30 ਤੋਂ 65 ਸਾਲ ਦੀ ਉਮਰ ਵਿੱਚ ਫੋਕਸ ਬਦਲ ਜਾਂਦਾ ਹੈ। ਇੱਥੇ ਹਰ 5 ਸਾਲ ਬਾਅਦ HPV ਟੈਸਟਿੰਗ ਜਾਂ ਕੋ-ਟੈਸਟਿੰਗ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਬਦਲਾਅ ਕਿਉਂ? ਕਿਉਂਕਿ ਹੁਣ ਸਾਨੂੰ ਪਤਾ ਹੈ ਕਿ ਲਗਭਗ ਸਾਰੇ ਸਰਵਾਈਕਲ ਕੈਂਸਰਾਂ ਦਾ ਮੁੱਖ ਕਾਰਨ HPV ਵਾਇਰਸ ਹੈ। ਇਸ ਲਈ ਸਿੱਧੇ ਵਾਇਰਸ ਦੀ ਜਾਂਚ ਕਰਨਾ ਵਧੇਰੇ ਕਾਰਗਰ ਮੰਨਿਆ ਜਾਂਦਾ ਹੈ। ਅੱਛਾ, ਹੁਣ ਦੋ ਅਜਿਹੇ ਸ਼ਬਦਾਂ ਨੂੰ ਸਮਝਦੇ ਹਾਂ ਜਿਨ੍ਹਾਂ ਬਾਰੇ ਅਕਸਰ ਉਲਝਣ ਹੁੰਦੀ ਹੈ, ਮੀਨੋਪੌਜ਼ ਅਤੇ ਪ੍ਰਾਇਮਰੀ ਓਵੇਰੀਅਨ ਇਨਸਫੀਸ਼ੀਐਂਸੀ POI। ਮੀਨੋਪੌਜ਼ ਮਾਹਵਾਰੀ ਚੱਕਰ ਦਾ ਇੱਕ ਕੁਦਰਤੀ ਅੰਤ ਹੈ ਜੋ ਆਮ ਤੌਰ ਤੇ 51 ਸਾਲ ਦੀ ਉਮਰ ਦੇ ਆਸ-ਪਾਸ ਹੁੰਦਾ ਹੈ। ਇਹ ਉਮਰ ਵਧਣ ਦਾ ਇੱਕ ਕੁਦਰਤੀ ਹਿੱਸਾ ਹੈ। ਦੂਜੇ ਪਾਸੇ POI ਉਦੋਂ ਹੁੰਦਾ ਹੈ ਜਦੋਂ ਅੰਡਾਸ਼ਯ 40 ਸਾਲ ਦੀ ਉਮਰ ਤੋਂ ਪਹਿਲਾਂ ਹੀ ਕੰਮ ਕਰਨਾ ਬੰਦ ਕਰ ਦਿੰਦੇ ਨੇ। ਇਹ ਕੋਈ ਕੁਦਰਤੀ ਪ੍ਰਕਿਰਿਆ ਨਹੀਂ, ਬਲਕਿ ਇੱਕ ਮੈਡੀਕਲ ਸਥਿਤੀ ਹੈ। ਤਾਂ ਸਭ ਤੋਂ ਵੱਡਾ ਫਰਕ ਸਮੇਂ ਦਾ ਹੈ। ਇੱਕ ਕੁਦਰਤੀ ਹੈ, ਦੂਜਾ ਸਮੇਂ ਤੋਂ ਬਹੁਤ ਪਹਿਲਾਂ। ਤਾਂ ਆਖਿਰ ਵਿੱਚ ਆਓ ਇਸ ਸਵਾਲ ਤੇ ਰੁਕ ਕੇ ਸੋਚੀਏ। ਇੱਕ ਸਧਾਰਨ ਜਿਹੀ ਡਿਲੀਵਰੀ ਦੇ ਫਾਰਮੂਲੇ ਤੋਂ ਲੈ ਕੇ ਗੁੰਝਲਦਾਰ ਐਮਰਜੈਂਸੀ ਪ੍ਰਕਿਰਿਆਵਾਂ ਤੱਕ, ਜਦੋਂ ਅਸੀਂ ਦੇਖਭਾਲ ਦੇ ਇਸ ਪੂਰੇ ਢਾਂਚੇ ਨੂੰ ਸਮਝਦੇ ਹਾਂ, ਇਹ ਗਿਆਨ ਦਾ ਉਹ ਸੁਰੱਖਿਆ ਜਾਲ ਜੋ ਦਹਾਕਿਆਂ ਵਿੱਚ ਬਣਾਇਆ ਗਿਆ ਹੈ, ਤਾਂ ਇਹ ਮਨੁੱਖੀ ਜੀਵਨ ਚੱਕਰ ਬਾਰੇ ਸਾਡੇ ਨਜ਼ਰੀਏ ਨੂੰ ਕਿਵੇਂ ਬਦਲਦਾ ਹੈ? ਇਹ ਸਿਰਫ ਇੱਕ ਜੀਵ ਵਿਗਿਆਨਿਕ ਪ੍ਰਕਿਰਿਆ ਨਹੀਂ, ਸਗੋਂ ਮਨੁੱਖੀ ਸਮਝ ਅਤੇ ਤਿਆਰੀ ਦੁਆਰਾ ਸੁਰੱਖਿਅਤ ਕੀਤੀ ਗਈ ਇੱਕ ਯਾਤਰਾ ਹੈ।